इस मुद्दे ते सारा पंजाब क्यों नहीं एक मुठ हुंदा करदा कि चलो ਅਸੀਂ ਮੋਦੀ ਦੇ ਗੱਲ ਲਈਏ ਜੀ ਗੱਲ ਪਈਏ ਇਹਦਾ ਆਪਸ ਵਿੱਚ ਲੜਾਈ ਇਹਦਾ ਆਪਸ ਵਿੱਚ ਲੜਾਈ ਸ਼ੁਰੂ ਕਰਨ ਦਾ ਦੌਰ ਹੋ ਗਿਆ ਨਾ ਜੀ ਕੰਮ। ਤੇ ਪਹਿਲਾਂ ਗੱਲ ਇਹ ਚੱਲੀ ਸੀ ਕਿ ਰਾਵਤ ਸਾਹਿਬ ਕਹਿ ਰਹੇ ਦਿਖਦੇ ਸੀ ਸਾਨੂੰ ਕਿ ਨਵਜੋਤ ਸਿੰਘ ਸਿੱਧੂ ਨੂੰ ਇੱਕ ਖਾਸ ਅਹੁਦਾ ਅਸੀਂ ਦੇ ਸਕਦੇ ਹਾਂ, ਤੇ ਫਿਰ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਆਉਂਦਾ, ਉਹ ਕਹਿੰਦੇ ਜੀ ਇਹਨੂੰ ਤਾਂ ਹਜੇ 3 ਸਾਲ ਹੋਏ ਨੇ ਆਏ ਨੂੰ, ਤੇ ਇੰਨੀ ਜਲਦੀ ਅਸੀਂ ਐਡਾ ਵੱਡਾ ਅਹੁਦਾ ਨਹੀਂ ਦੇ ਸਕਦੇ, ਉਹ ਵੀ ਸੁਨੀਲ ਜਾਖੜ ਦੇ ਬਰਾਬਰ, ਕਿ ਜਿਨ੍ਹਾਂ ਨੇ ਕਹਿੰਦੇ ਸਾਰੀ ਜ਼ਿੰਦਗੀ ਲਗਾਈ ਪਾਰਟੀ ਦੇ ਵਿੱਚ। ਕੈਪਟਨ ਅਮਰਿੰਦਰ ਇਹ ਗੱਲ ਕਿਵੇਂ ਭੁੱਲ ਗਏ ਕਿ ਲੰਬਾ ਸਮਾਂ ਕਾਂਗਰਸ 'ਚ ਹਲਵਾ ਫੰਡਾ ਛਕਣ ਤੋਂ ਬਾਅਦ ਪਾਰਲੀਮੈਂਟ ਮੈਂਬਰ ਰਹੇ, ਬੜੇ ਅਹੁਦਿਆਂ ਤੇ ਰਹੇ, ਜਨਾਬ ਅਕਾਲੀ ਦਲ 'ਚ ਚਲੇ ਗਏ, ਕਾਰਨ ਕੋਈ ਵੀ ਹੋਵੇ ਜੀ, ਅਕਾਲੀ ਦਲ ਤੋਂ ਬਾਅਦ ਵਿੱਚ ਵਾਪਸ ਫੇਰ ਕਾਂਗਰਸ 'ਚ ਆ ਗਏ, ਕਾਂਗਰਸ ਜਾ ਕੇ ਜਨਾਬ 1 ਸਾਲ ਬਾਅਦ ਹੀ ਜਿਹੜਾ ਹੈਗਾ ਕਾਂਗਰਸ ਦੇ ਪ੍ਰਧਾਨ ਬਣ ਗਏ। ਬਿਲਕੁਲ। ਤੇ ਆਪਾਂ ਕਿਵੇਂ 1 ਸਾਲ ਬਾਅਦ ਪ੍ਰਧਾਨ ਬਣ ਗਏ? ਨਵਜੋਤ ਸਿੱਧੂ ਨੇ ਤਾਂ ਨਵਜੋਤ ਸਿੱਧੂ ਨੇ ਤਾਂ ਕਾਂਗਰਸ ਦਾ ਕੋਈ ਹਲਵਾ ਮੰਡਾ ਛਕਿਆ ਨਹੀਂ ਹੈਗਾ, ਉਹਦਾ ਬਾਹਰੋਂ ਹੀ ਜੋ ਕੁਝ ਲੈ ਕੇ ਆਇਆ ਕਾਂਗਰਸ ਦੇ, ਜਿਵੇਂ ਆਪਾਂ ਕਹਿ ਦਿੰਦੇ ਆਪਣੇ ਨਾਲ ਹੀ ਲੈ ਕੇ ਆਇਆ ਜੀ ਜੀ ਬਿਲਕੁਲ ਬਿਲਕੁਲ, ਕਾਂਗਰਸ ਤੋਂ ਤਾਂ ਉਹਨੇ ਕੁਝ ਲਿਆ ਹੀ ਨਹੀਂ ਹੈ। ਇਹ ਕੈਪਟਨ ਅਮਰਿੰਦਰ ਚਾਹੇ ਜੋ ਮਰਜ਼ੀ ਕਹਿਣਾ, ਪਾਰਟੀ ਹਾਈਕਮਾਂਡ ਨੇ ਫੈਸਲਾ ਕਰ ਲਿਆ, ਮੈਂ ਤੁਹਾਨੂੰ ਦਰਸ਼ਕ ਵੀ ਸੁਣ ਰਹੇ ਹੈ, ਕੈਪਟਨ ਅਮਰਿੰਦਰ ਦੀ ਦਿਲਚਸਪੀ ਦੇਖੋ ਜੀ ਕਿ ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੁੱਲੋਂ ਇਹੀ ਜਾਖੜ ਸਾਹਿਬ ਨੂੰ ਅੱਗੇ ਲਾ ਕੇ ਪੰਜਾਬ ਚੋਂ ਪਾਰਟੀ ਚੋਂ ਕਢਵਾਤਾ, ਕਾਜ ਲੰਮੀ ਚਿੱਠੀ ਲਿਖਵਾਤੀ, ਇਹ ਕਰਦਾ ਕਿ ਬੀਜੇਪੀ 'ਚ ਚਲੇ ਗਏ ਜੀ। ਉਹੀ ਪ੍ਰਤਾਪ ਬਾਜਵਾ ਜਿਹੜਾ ਜਦੋਂ ਰਾਹੁਲ ਗਾਂਧੀ ਸਟੇਜ ਤੇ ਹੈ, ਜਨਾਬ ਕੈਪਟਨ ਸਿੱਧੂ ਆਪਣਾ ਕੈਪਟਨ ਅਮਰਿੰਦਰ ਵੀ ਸਟੇਜ ਦੇ ਉੱਤੇ ਬੈਠੇ ਹੈ ਜੀ, ਸਾਰੇ ਬੈਠੇ ਹੈ, ਤੇ ਬਾਜਵਾ ਉਸੇ ਸਟੇਜ ਤੋਂ ਸੰਬੋਧਨ ਕਰ ਰਿਹਾ ਹੈ। ਨਾ ਸਿਰਫ ਸੰਬੋਧਨ ਕੀਤਾ, ਮੇਰੀ ਜਾਣਕਾਰੀ ਮੁਤਾਬਕ ਬਾਅਦ ਕੈਪਟਨ ਅਮਰਿੰਦਰ ਨੇ ਬਾਜਵਾ ਜੀ ਨੂੰ ਕਿਹਾ ਕਿ ਬਾਜਵਾ ਜੀ ਜਾਇਓ ਨਾ, ਥੱਕ ਕੇ ਜਾਇਓ, ਤੁਸੀਂ ਕੌਣ ਇੱਕ ਹੁਣ ਕਹਿ ਸਕਦੇ ਹੋ। ਪੂਰੇ ਪੰਜਾਬ ਨੇ ਗੱਜ ਲੰਮੀ ਚਿੱਠੀ ਲਿਖੀ ਪ੍ਰਤਾਪ ਬਾਜਵਾ ਤੇ ਦੁੱਲੋਂ ਦੇ ਖਿਲਾਫ ਜੀ, ਦੋਨਾਂ ਨੂੰ ਹੀ ਉਸੇ ਸਟੇਜ ਤੇ ਬੁਲਾਇਆ ਗਿਆ ਥੋੜੇ ਦਿਨ ਬਾਅਦ। ਕਿੱਧਰ ਗਈ ਉਹ? ਅੱਜ ਵੀ ਮਨਪ੍ਰੀਤ ਬਾਦਲ ਨੇ ਹੁਣ ਦੇਖੋ ਅੱਜ ਕਿਹਾ, ਕਹਿੰਦੇ ਵੀ 3 ਦਿਨ ਦਾ ਜਾਂ 2 ਦਿਨ ਦਾ ਕੋਲਾ ਰਹਿ ਗਿਆ। 3 ਦਿਨ ਪਹਿਲਾਂ ਵੀ ਮੈਂ ਇਹੀ ਬਿਆਨ ਸੁਣਿਆ ਸੀਗਾ, ਸਰਕਾਰਾਂ ਨੇ ਹੀ ਦਿੱਤਾ ਸੀ ਜਾਂ ਕਿਤੋਂ ਵੀ ਆਇਆ ਸੀ ਬਿਆਨ, ਇਹ ਉਦੋਂ ਵੀ ਕਿਹਾ ਸੀ, ਕਹਿੰਦੇ ਜੀ 2-3 ਦਿਨ ਦਾ ਕੋਲਾ ਬਾਕੀ ਰਹਿ ਗਿਆ। ਆਹ 2-3 ਦਿਨ ਤਾਂ ਨਿਕਲ ਗਏ ਜੀ ਹੁਣ, ਤੇ ਆਹ 2-3 ਦਿਨ ਵੀ ਨਿਕਲ ਜਾਣਗੇ, ਹੁਣ ਉਹ ਵੀ ਦੇਖ ਲੈਂਦੇ ਆ। ਇੰਡਾਇਰੈਕਟਲੀ ਉਹੀ ਤਰੀਕਾ ਅਪਣਾ ਲਿਆ ਕਿ ਪੰਜਾਬ ਦੇ ਨੱਕ 'ਚ ਦਮ ਕਰ ਦਿਓ। ਇਹ ਬਹੁਤ ਹੀ ਮੈਂ ਸਮਝਦਾ ਕਿ ਸਾਡੇ ਪੰਜਾਬੀਆਂ ਦੇ ਲਈ ਜਿਹੜਾ ਬਹੁਤ ਵੱਡਾ ਸਾਡੇ ਨਾਲ ਕੋਝਾ ਮਜ਼ਾਕ ਕੀਤਾ ਜਾ ਰਿਹਾ ਹੈ। ਕਿ ਸੁਖਬੀਰ ਬਾਦਲ ਦਾ ਕੱਲ ਬਿਆਨ ਆਇਆ ਸੀਗਾ, ਉਹ ਸਿੱਧੇ ਤਰੀਕੇ ਨਾਲ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਹਿ ਰਹੇ ਨੇ, ਕਹਿੰਦੇ ਕਿ ਮੋਦੀ ਸਾਹਿਬ ਤੁਸੀਂ ਆਪਣੇ ਇਹ ਚੇਲੇ ਚੂਲੇ ਨਾ ਭੇਜੋ, ਤੇ ਤੁਸੀਂ ਖੁਦ ਸਾਡੇ ਕਿਸਾਨਾਂ ਦੇ ਨਾਲ ਗੱਲਬਾਤ ਕਰੋ, ਤੇ ਫਿਰ ਕੋਈ ਇਹਦਾ ਹੱਲ ਨਿਕਲ ਸਕਦਾ। ਤੇ ਕੈਪਟਨ ਸਾਹਿਬ ਤਾਂ ਇਹ ਵੀ ਨਹੀਂ ਬਿਆਨ ਦੇ ਰਹੇ। ਫਿਰ ਸਾਡੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਜੀ ਮੈਂ ਇਸ ਤਰੀਕੇ ਨਾਲ ਕੰਮ ਨਹੀਂ ਕਰ ਸਕਦਾ, ਇਹ ਤੁਸੀਂ ਮੇਰੇ ਤੇ ਦਬਾਅ ਪਾ ਕੇ ਕੰਮ ਕਰਾਉਣਾ ਚਾਹ ਰਹੇ ਹੋ, ਮੈਂ ਦਬਾਅ ਦੇ ਵਿੱਚ ਕੰਮ ਨਹੀਂ ਕਰ ਸਕਦਾ, ਮੈਨੂੰ ਖੁੱਲ੍ਹਾ ਜਿਹਾ ਟਾਈਮ ਚਾਹੀਦਾ। ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਸਾਡੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਗਲੋਬਲ ਗੱਲਬਾਤ ਦੇ ਵਿੱਚ। ਬ੍ਰੇਕ 'ਤੇ ਜਾਣ ਤੋਂ ਪਹਿਲਾਂ ਅਸੀਂ ਗੱਲਬਾਤ ਕਰੀ ਸੀ ਜੀ ਸਦੀਕ ਸਾਹਿਬ, ਸਾਡੇ ਲੋਕ ਗਾਇਕ ਤੋਂ ਬਾਅਦ ਇਹ ਲੋਕ ਨੇਤਾ ਬਣੇ ਨੇ, ਤੇ ਨੇਤਾ ਬਣ ਕੇ ਕਾਂਗਰਸ ਦੀ ਸੀਟ ਤੇ ਇਹਨਾਂ ਨੇ ਲੋਕ ਸਭਾ ਦੀ ਚੋਣ ਲੜੀ, ਤੇ ਲੋਕਾਂ ਨੇ ਵਿਸ਼ਵਾਸ ਕੀਤਾ ਤੇ ਉਹਨਾਂ ਨੂੰ ਸੰਸਦ ਦੇ ਵਿੱਚ ਭੇਜਿਆ। ਪਰ ਲੋਕਾਂ ਦੀ ਆਵਾਜ਼ ਸੰਸਦ ਤੱਕ ਲੈ ਕੇ ਜਾਣ ਦੇ ਵਿੱਚ ਮੁਹੰਮਦ ਸਦੀਕ ਸਾਹਿਬ ਪੂਰੇ ਤਰੀਕੇ ਦੇ ਨਾਲ ਫੇਲ ਹੋਏ ਨੇ। ਉਹ ਵੀ ਉਦੋਂ ਜਦੋਂ ਬਹੁਤ ਜ਼ਰੂਰਤ ਸੀ। ਇਸ ਸਮੇਂ ਜ਼ਰੂਰਤ ਸੀ ਕਿ ਜਦੋਂ ਖੇਤੀਬਾੜੀ ਆਰਡੀਨੈਂਸ ਨੇ ਜਿਹੜੇ ਉਹ ਬਿੱਲਾਂ ਦਾ ਰੂਪ ਤਿਆਰ ਕਰਕੇ ਉਸੇ ਸੰਸਦ ਦੇ ਵਿੱਚ ਪਹੁੰਚਦੇ ਨੇ, ਤੇ ਉੱਥੇ ਬੜੀ ਜ਼ਰੂਰਤ ਸੀ ਸਦੀਕ ਸਾਹਿਬ ਨੂੰ ਕਿ ਇਹਨਾਂ ਦਾ ਵਿਰੋਧ ਉੱਥੇ ਜਾ ਕੇ ਕਰਨਾ ਚਾਹੀਦਾ ਸੀ, ਪਰ ਉਹ ਕਿਹਾ ਉਹਨਾਂ ਨੇ ਕਿ ਮੋਢਾ ਹਿੱਲ ਗਿਆ ਸੀ, ਇਸ ਕਰਕੇ ਉਹ ਜਾ ਨਹੀਂ ਸਕੇ। ਅੱਛਾ, ਇੱਕ ਪਾਸੇ ਹੋਰਨਾਂ ਦੇਸ਼ਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਉਦਾਹਰਨਾਂ ਵੀ ਮਿਲ ਜਾਂਦੀਆਂ ਨੇ ਕਿ ਜਿਹੜੇ ਸੰਸਦ ਮੈਂਬਰ, ਜੇ ਕੋਈ ਔਰਤ, ਇੱਕ ਮੈਨੂੰ ਹੁਣ ਨਾਂ ਨਹੀਂ ਯਾਦ ਆ ਰਿਹਾ, ਤੇ ਉਹਦਾ ਬੱਚਾ ਪੈਦਾ ਹੋਇਆ ਸੀ ਉਸ ਸੰਸਦ ਮੈਂਬਰ ਦਾ, ਤੇ ਅੱਗੇ ਪਾਰਲੀਮੈਂਟ ਦਾ ਹਾਊਸ ਦਾ ਸੈਸ਼ਨ ਸ਼ੁਰੂ ਹੋ ਗਿਆ ਸੀ, ਤੇ ਉਹ ਲੇਡੀ ਨੇ, ਉਸ ਸੰਸਦ ਨੇ ਆਪਣੇ ਨਿੱਕੇ ਜਿਹੇ ਬੱਚੇ ਨੂੰ ਨਾਲ ਉਹ ਲੈ ਕੇ ਗਈ ਸੀ ਸੰਸਦ ਦੇ ਵਿੱਚ ਹੀ, ਉਹਨੇ ਆਪਣੇ ਬੱਚੇ ਨੂੰ ਦੁੱਧ ਵੀ ਪਿਲਾਇਆ ਸੀ ਤੇ ਲੋਕਾਂ ਦੀ ਆਵਾਜ਼ ਵੀ ਉੱਥੇ ਰੱਖੀ ਸੀ। ਇਸ ਤਰ੍ਹਾਂ ਦੇ ਜਿਹੜੇ ਆਗੂ ਨੇ ਜੀ, ਉਹਨਾਂ ਦੀ ਸਾਨੂੰ ਬਹੁਤ ਜ਼ਰੂਰਤ ਹੈ। ਸੋ ਸਾਡੇ ਨਾਲ ਕੁਝ ਮਾਮਲਿਆਂ 'ਤੇ ਵਿਚਾਰ ਕਰਨ ਦੇ ਲਈ ਜੁੜ ਚੁੱਕੇ ਨੇ ਜੀ ਸਾਡੇ ਬਹੁਤ ਹੀ ਸੀਨੀਅਰ ਅਤੇ ਸਤਿਕਾਰਯੋਗ ਸਾਡੇ
ਐਡੀਟਰ ਸਰਦਾਰ ਜਗਤਾਰ ਸਿੰਘ ਸਿੱਧੂ ਸਾਹਿਬ। ਸਿੱਧੂ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਮਿਹਰਬਾਨੀ ਤੁਹਾਡਾ ਯਾਦ ਕਰਨ ਦੇ ਲਈ, ਥੈਂਕ ਯੂ ਵੈਰੀ ਮਚ। ਸ਼ੁਕਰੀਆ ਜੀ, ਸਵਾਗਤ ਹੈ ਸਰ। ਸਿੱਧੂ ਸਾਹਿਬ, ਗੱਲਬਾਤ ਚਲੋ ਅਸੀਂ ਵੈਸੇ ਤਾਂ ਕਾਫੀ ਕਰ ਰਹੇ ਸੀ, ਪਰ ਮੈਂ ਚਾਹੁੰਦਾ ਕਿ ਤੁਹਾਡੀ ਇੱਕ ਸਾਨੂੰ ਸਲਾਹ ਦੀ ਜ਼ਰੂਰਤ ਆ। ਅਸੀਂ ਦੇਖਣਾ ਕਿ ਤੁਹਾਡੇ ਵਿਚਾਰ ਇਸ ਮਸਲੇ ਤੇ ਕੀ ਕਹਿੰਦੇ ਨੇ ਜੀ। ਜਿਸ ਤਰੀਕੇ ਦੇ ਨਾਲ ਕਿਸਾਨਾਂ ਨੇ ਪਿਛਲੇ 10-12 ਦਿਨਾਂ ਤੋਂ ਰੇਲਾਂ ਰੋਕੀਆਂ ਹੋਈਆਂ ਜੀ, ਤੇ ਹੁਣ ਜਿਸ ਤਰੀਕੇ ਦੇ ਨਾਲ ਸਰਕਾਰ ਇਹ ਕਹਿ ਰਹੀ ਆ ਕਿ ਥਰਮਲ ਪਲਾਂਟਾਂ ਦੇ ਵਿੱਚ ਕੋਲਾ ਘਟ ਗਿਆ, ਇੱਕ ਅੱਧੇ ਦਿਨ ਦਾ ਕੋਲਾ ਹੈ, ਜਲਦੀ ਕਰੋ ਜੀ, ਇਹ ਸਾਨੂੰ ਹੁਣ ਰੇਲਵੇ ਲਾਈਨਾਂ ਖੋਲ੍ਹ ਦੇਣੀਆਂ ਚਾਹੀਦੀਆਂ ਨੇ। ਤੁਹਾਨੂੰ ਕੀ ਲੱਗਦਾ ਹੈ ਸਿੱਧੂ ਸਾਹਿਬ ਕਿ ਸਰਕਾਰ, ਪੰਜਾਬ ਸਰਕਾਰ ਤੇ ਵੀ ਕੋਈ ਪ੍ਰੈਸ਼ਰ ਹੈ ਕਿ ਇਹ ਰੇਲਵੇ ਲਾਈਨਾਂ ਖੁਲਾਈਆਂ ਜਾਣ ਜਲਦੀ? ਬਹੁਤ ਅਹਿਮ ਸਵਾਲ ਹੈ ਜਿਹੜਾ ਤੁਸੀਂ ਕੀਤਾ ਹੈ। ਇੱਕ ਪਾਸੇ ਜਦੋਂ ਦੇਸ਼ ਦਾ ਕਿਸਾਨ ਜਿਹੜੇ ਖੇਤੀ ਕਾਨੂੰਨ ਨਵੇਂ ਬਣੇ ਆ ਉਹਨਾਂ ਦੇ ਵਿਰੋਧ 'ਚ ਅੰਦੋਲਨ ਕਰ ਰਿਹਾ ਜੀ, ਤਾਂ ਜਿਸ ਤਰ੍ਹਾਂ ਬਹੁਤ ਸਾਰੇ ਮੁੱਦਿਆਂ ਤੇ ਪੰਜਾਬ ਅਗਵਾਈ ਕਰਦਾ ਰਿਹਾ, ਖੇਤੀ ਦੀ ਗੱਲ ਕਰ ਲਈਏ, ਆਜ਼ਾਦੀ ਦੀ ਗੱਲ ਕਰ ਲਈਏ ਜੀ, ਖੇਤੀ ਅੰਦੋਲਨ ਦੇ ਵਿੱਚ ਵੀ ਪੰਜਾਬ ਦਾ ਨਾਂ ਸਭ ਤੋਂ ਉੱਪਰ ਚੱਲ ਰਿਹਾ, ਵੱਜ ਰਿਹਾ। ਬਿਲਕੁਲ ਜੀ। ਇਸ ਮਾਮਲੇ 'ਚ ਜਿੱਦਾਂ ਦੇ ਦਬਾਅ ਜਿੱਦਾਂ ਤੁਸੀਂ ਸਵਾਲ ਕੀਤਾ ਬਣੇ ਆ, ਉਹ ਬੜੇ ਦਿਲਚਸਪ ਤੇ ਅਹਿਮ ਵੀ ਹੈ ਤੇ ਸੰਜੀਦਾ ਵੀ ਹੈ ਜੀ। ਜਿਸ ਤਰੀਕੇ ਨਾਲ ਕਿਸਾਨਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਦੇਖੋ ਸਥਿਤੀ ਦੀ ਜੇ ਆਪਾਂ ਗੱਲ ਕਰ ਲਈਏ, ਜੇ ਆਪਾਂ ਸਥਿਤੀ ਦੀ ਗੱਲ ਕਰ ਲਈਏ ਤਾਂ ਸਾਰੀ ਗੱਲ ਹੁਣ ਇਸ ਗੱਲ ਤੇ ਜਾ ਕੇ ਖੜੀ ਕੀਤੀ ਜਾ ਰਹੀ ਹੈ ਕਿ ਜੀ ਕਿਸਾਨਾਂ ਦਾ ਅੰਦੋਲਨ ਹੈ, ਉਹ ਪਟੜੀਆਂ ਤੇ ਬੈਠੇ ਹੈ, ਕੋਇਲਾ 3 ਦਿਨ ਦਾ ਰਹਿ ਗਿਆ ਜੀ। ਜਿਹੜੇ ਵਿੱਤ ਮੰਤਰੀ ਹੈ ਮਨਪ੍ਰੀਤ ਬਾਦਲ, ਉਹ ਅੱਜ ਬਿਆਨ ਦੇ ਰਹੇ ਸੀ ਕਿ ਜੀ 3 ਦਿਨ ਦਾ ਕੋਇਲਾ ਰਹਿ ਗਿਆ ਜੀ। ਔਰ ਦੂਜੇ ਪਾਸੇ ਕੈਪਟਨ ਅਮਰਿੰਦਰ ਨੇ 3 ਮੈਂਬਰੀ ਕਮੇਟੀ ਬਣਾਤੀ ਹੈ ਜਿਹਦੇ ਚ ਰੰਧਾਵਾ ਹੈ, ਬਾਜਵਾ ਹੈ, ਸੁਖ ਸਰਕਾਰੀ ਹੈ ਜੀ, ਕਿਸਾਨਾਂ ਨਾਲ ਗੱਲਬਾਤ ਕਰੋ, ਜਿਹੜੀ ਅੱਜ ਦੀ ਜਿਹੜੀ ਡਿਵੈਲਪਮੈਂਟ ਹੈਗੀ ਹੈ ਜੀ। ਇਹ ਸਾਰੀਆਂ ਗੱਲਾਂ ਦੇ ਮੱਦੇ ਨਜ਼ਰ ਕਿਤੇ ਇਹ ਗੱਲ ਨਹੀਂ ਆ ਰਹੀ ਕਿ ਨਰਿੰਦਰ ਮੋਦੀ ਨੂੰ ਜਿਹੜਾ ਹੈਗਾ ਸਾਡਾ ਸੂਬੇ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਉਹ ਕਦੇ ਵੀ ਕਿਉਂ ਸਾਡੇ ਸੂਬੇ ਦਾ ਤੁਸੀਂ ਬੇੜਾ ਗਰਕ ਕਰਨਾ, ਬਿਲਕੁਲ ਕਿਸਾਨਾਂ ਦੀਆਂ ਮੰਗਾਂ ਮੰਨੋ। ਮਾਫ ਕਰਨਾ, ਮੈਂ ਵੀ ਜਰਨਲਿਸਟ ਹਾਂ, ਦੇਖੋ ਤੁਸੀਂ ਵੀ ਜਰਨਲਿਸਟ ਹੋ ਜੀ, ਤੇ ਲੰਬੇ ਸਮੇਂ ਤੋਂ ਆਪਾਂ ਜਰਨਲਿਸਟਾਂ ਦੇ ਵਤੀਰਿਆਂ ਬਾਰੇ ਵੀ ਦੇਖਦੇ ਹਾਂ ਜੀ। ਇਹ ਸਾਡੇ ਪਾਰਟ ਦੇ ਉੱਤੇ ਵੀ ਬੜਾ ਦੁਖਦਾਈ ਹੈ ਕਿ ਕਈ ਚੈਨਲ ਸਿਰਫ ਇਸ ਗੱਲ ਨੂੰ ਲੈ ਕੇ ਉਭਾਰ ਰਹੇ ਹੈ ਕਿ ਦੇਖੋ ਜੀ ਹੁਣ ਕਿਸਾਨਾਂ ਨੂੰ ਚਾਹੀਦਾ ਹੈ ਕਿ ਰਸਤਾ ਖੋਲ ਦੇਣਾ, ਆਪਾਂ ਅੰਦੋਲਨ ਵੀ ਕਰੀਏ ਤੇ ਆਪਾਂ ਰੇਲਵੇ ਟਰੈਕ ਵੀ ਖਾਲੀ ਕਰੀਏ ਜੀ। ਏਦਾਂ ਦੀ ਗੱਲ ਹੈ, ਕਿਸੇ ਨੂੰ ਕੋਈ ਕਹੇ ਵੀ ਆਪਾਂ ਭੁੱਖ ਹੜਤਾਲ ਤੇ ਵੀ ਬੈਠੇ ਰਹੀਏ, ਟੈਂਟ 'ਚ ਜਾ ਕੇ ਆਪਾਂ ਰਾਤ ਨੂੰ ਲੰਗਰ ਵੀ ਛਕੇ, ਬਿਲਕੁਲ, ਤੇ ਲੰਗਰ ਵੀ ਛਕਦੇ ਰਹੀਏ ਤੇ ਭੁੱਖ ਹੜਤਾਲ ਤੇ ਵੀ ਬੈਠੇ, ਸਾਡੀ ਉਹ ਵੀ ਚੱਲਦੀ। ਹਾਂ, ਬੇਹੂਦਾ ਕਿਸਮ ਦੀ ਵਾਹੀਆਤ ਕਿਸਮ ਦੀ ਮੀਡੀਆ ਦੇ ਵਿੱਚ ਤਸਵੀਰਾਂ ਦਿੱਤੀਆਂ ਜਾ ਰਹੀਆਂ। ਇਹ ਸਾਰਾ ਪ੍ਰੈਸ਼ਰ ਜਿਹੜਾ ਹੈਗਾ ਮੈਨੂੰ ਲੱਗਦਾ ਕਿਤੇ ਕੇਂਦਰ ਵੱਲੋਂ ਬਣਾਇਆ ਜਾ ਰਿਹਾ। ਹਾਂ, ਬਿਲਕੁਲ ਜੀ, ਕੇਂਦਰ ਵੱਲੋਂ ਚੈਨਲ ਜਿਹੜੇ ਸਾਰੇ ਜਿਨ੍ਹਾਂ ਤੇ ਆ ਰਹੀ ਹੈ ਗੱਲ ਇਹ। ਔਰ ਸਾਡੇ ਮੁੱਖ ਮੰਤਰੀ ਦੀ ਗੱਲ ਕਰੀਏ ਤਾਂ ਮੁੱਖ ਮੰਤਰੀ ਵੀ ਮੈਨੂੰ ਲੱਗਦਾ ਉਸੇ ਦਬਾਅ ਦੇ ਹੇਠਾਂ ਆ ਕੇ ਇਦਾਂ ਦੀਆਂ ਗੱਲਾਂ ਕਰ ਰਿਹਾ ਹੈ। ਬਿਲਕੁਲ। ਅੱਛਾ ਸਿੱਧੂ ਸਾਹਿਬ ਦੇਖੋ, ਸਿੱਧੂ ਸਾਹਿਬ ਦੇਖੋ, ਅੱਜ ਵੀ ਮਨਪ੍ਰੀਤ ਬਾਦਲ ਨੇ ਹੁਣ ਦੇਖੋ ਅੱਜ ਕਿਹਾ, ਕਹਿੰਦੇ ਵੀ 3 ਦਿਨ ਦਾ ਜਾਂ 2 ਦਿਨ ਦਾ ਕੋਲਾ ਰਹਿ ਗਿਆ। 3 ਦਿਨ ਪਹਿਲਾਂ ਵੀ ਮੈਂ ਇਹੀ ਬਿਆਨ ਸੁਣਿਆ ਸੀਗਾ, ਸਰਕਾਰਾਂ ਨੇ ਹੀ ਦਿੱਤਾ ਸੀ ਜਾਂ ਕਿਤੋਂ ਵੀ ਆਇਆ ਸੀ ਬਿਆਨ, ਇਹ ਉਦੋਂ ਵੀ ਕਿਹਾ ਸੀ, ਕਹਿੰਦੇ ਜੀ 2-3 ਦਿਨ ਦਾ ਕੋਲਾ ਬਾਕੀ ਰਹਿ ਗਿਆ। ਆ 2-3 ਦਿਨ ਤਾਂ ਨਿਕਲ ਗਏ ਜੀ ਹੁਣ, ਤੇ ਆਹ 2-3 ਦਿਨ ਵੀ ਨਿਕਲ ਜਾਣਗੇ, ਹੁਣ ਉਹ ਵੀ ਦੇਖ ਲੈਂਦੇ ਆ। ਇਹ ਬਹੁਤ ਹੀ ਮੈਂ ਕਹੂੰਗਾ ਕਿ ਮਾੜੀ ਕਿਸਮ ਦੀ ਪਹੁੰਚ ਹੈਗੀ ਹੈ। ਬੇਸ਼ੱਕ ਇਹ ਗੱਲ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ, ਗੱਲ ਤਾਂ ਨਹੀਂ ਹੁੰਦੀ ਉਸ ਤਰੀਕੇ ਨਾਲ ਲਾਗੂ, ਪਰ ਮੈਂ ਬੇਈਮਾਨੀ ਦੀ ਗੱਲ ਕਰਦਾ ਜੀ। ਜਦੋਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਗਿਆ ਸੀ ਤਾਂ ਉਸ ਵੇਲੇ ਜਿਹੜੇ ਕੁਝ ਏਦਾਂ ਦੇ ਲੋਕ ਸੀ ਉਹਨਾਂ ਨੇ ਸੁਝਾਅ ਦਿੱਤੇ ਸੀ ਕਿ ਜੀ ਤੁਸੀਂ ਬਾਹਰੋਂ ਬਿਜਲੀ ਕੱਟ ਦਿਓ, ਪਾਣੀ ਕੱਟ ਦਿਓ, ਉਹਨਾਂ ਦੇ ਨੱਕ 'ਚ ਦਮ ਕਰ ਦਿਓ, ਆਪਣੇ ਆਪ ਹੱਥ ਖੜੇ ਕਰਕੇ ਬਾਹਰ ਆਉਣਗੇ। ਹੁਣ ਸਾਡੇ ਕਿਸਾਨ ਦਰਬਾਰ ਸਾਹਿਬ 'ਚ ਤਾਂ ਬੈਠੇ ਨਹੀਂ ਜੀ, ਨਾ ਹੀ ਕਿਸੇ ਗੁਰਦੁਆਰਾ ਸਾਹਿਬ 'ਚ ਬੈਠੇ ਆ, ਉਹ ਤਾਂ ਸੜਕਾਂ ਤੇ ਬਾਹਰ ਬੈਠੇ ਆ, ਬਿਲਕੁਲ ਬਾਹਰ ਬੈਠੇ। ਇਸ ਕਰਕੇ ਹੁਣ ਪਾਣੀ ਦਾ ਉਦਾਂ ਦੇ ਟੂਟੀਆਂ ਬੰਦ ਨਹੀਂ ਕਰ ਸਕਦੇ, ਨਾ ਹਵਾ ਬੰਦ ਕਰ ਸਕਦੇ। ਇਹਨਾਂ ਨੇ ਦੇਖੋ ਇਨਡਾਇਰੈਕਟਲੀ ਉਹੀ ਤਰੀਕਾ ਅਪਣਾ ਲਿਆ ਕਿ ਪੰਜਾਬ ਦੇ ਨੱਕ 'ਚ ਦਮ ਕਰ ਦਿਓ। ਇਹ ਬਹੁਤ ਹੀ ਮੈਂ ਸਮਝਦਾ ਕਿ ਸਾਡੇ ਪੰਜਾਬੀਆਂ ਦੇ ਲਈ ਜਿਹੜਾ ਬਹੁਤ ਵੱਡਾ ਸਾਡੇ ਨਾਲ ਕੋਝਾ ਮਜ਼ਾਕ ਕੀਤਾ ਜਾ ਰਿਹਾ ਹੈ ਕਿ ਤੁਸੀਂ ਸਾਡੇ ਸਮੁੱਚੇ ਪੰਜਾਬ ਦਾ ਪਾਣੀ ਬੰਦ ਕਰ ਦਿਓ, ਕੋਇਲਾ ਰੋਕ ਦਿਓ ਜਿਹੜਾ ਹੈਗਾ, ਤਾਂ ਕਿ ਇਹ ਆਪਸ ਵਿੱਚ ਲੜਾਈ ਝਗੜੇ ਦੰਗੇ ਫਸਾਦ ਸ਼ੁਰੂ ਹੋ ਜਾਣ, ਇੱਕ ਦੂਜੇ ਨੂੰ ਦੋਸ਼ੀ ਠਹਿਰਾਉਣਾ ਸ਼ੁਰੂ ਕਰ ਦੇਣ। ਇਹ ਸਥਿਤੀ ਦੇ ਵਿੱਚ ਕਿਉਂ ਨਹੀਂ ਸਾਡੇ ਨੇਤਾ ਇਸ ਗੱਲ ਦੇ ਉੱਤੇ ਆਉਂਦੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਿਉਂ ਪੰਜਾਬ ਦਾ ਬੇੜਾ ਗਰਕ ਕਰਨ ਲੱਗੇ ਹੋ, ਤੁਸੀਂ ਕਿਸਾਨਾਂ ਨੂੰ ਬੁਲਾਓ। ਬਿਲਕੁਲ,
ਕਿਸਾਨਾਂ ਨੂੰ ਬੁਲਾ ਕੇ ਉਹਨਾਂ ਦੀ ਗੱਲ ਸੁਣੋ, ਮਸਲੇ ਦਾ ਹੱਲ ਕਰੋ। ਅੱਛਾ ਦੇਖੋ ਸਿੱਧੂ ਸਾਹਿਬ ਦੇਖੋ ਇੱਕ ਹੋਰ ਗੱਲ ਵੀ ਆਈ ਹੈ ਜੀ, ਬੜੀ ਵੈਸੇ ਧਿਆਨ ਦੇਣ ਵਾਲੀ ਗੱਲ ਹੈ ਜੀ, ਕਿ ਸੁਖਬੀਰ ਬਾਦਲ ਦਾ ਕੱਲ ਬਿਆਨ ਆਇਆ ਸੀਗਾ, ਉਹ ਸਿੱਧੇ ਤਰੀਕੇ ਨਾਲ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਹਿ ਰਹੇ ਨੇ, ਕਹਿੰਦੇ ਕਿ ਮੋਦੀ ਸਾਹਿਬ ਤੁਸੀਂ ਆਪਣੇ ਇਹ ਚੇਲੇ ਚੂਲੇ ਨਾ ਭੇਜੋ ਤੇ ਤੁਸੀਂ ਖੁਦ ਸਾਡੇ ਕਿਸਾਨਾਂ ਦੇ ਨਾਲ ਗੱਲਬਾਤ ਕਰੋ ਤੇ ਫਿਰ ਕੋਈ ਇਹਦਾ ਹੱਲ ਨਿਕਲ ਸਕਦਾ। ਤੇ ਕੈਪਟਨ ਸਾਹਿਬ ਤਾਂ ਇਹ ਵੀ ਨਹੀਂ ਬਿਆਨ ਦੇ ਰਹੇ, ਉਹ ਤਾਂ ਇਹ ਵੀ ਨਹੀਂ ਕਹਿ ਰਹੇ। ਗੱਲ ਹੈ, ਬਹੁਤ ਅਜੀਬ ਗੱਲ ਹੈ। ਦੇਖੋ ਬੀਂਗ ਜਰਨਲਿਸਟ ਜਿਹੜਾ ਹੈਗਾ, ਅਸੀਂ ਕਿਉਂਕਿ ਪੰਜਾਬੀ ਵੀ ਹੈ, ਮੈਂ ਜਰਨਲਿਸਟ ਜ਼ਰੂਰ ਹਾਂ, ਪਰ ਬਿਲਕੁਲ ਸਾਡੀ ਮਾਂ ਬੋਲੀ, ਸਾਡੀ ਰੋਜ਼ੀ ਰੋਟੀ, ਬਿਲਕੁਲ ਜੀ, ਭਾਈਚਾਰਾ ਸਭ ਕੁਝ ਪੰਜਾਬ ਨਾਲ ਜੁੜਿਆ ਹੋਇਆ ਜੀ। ਤੇ ਪੰਜਾਬ ਦੇ ਪਿੰਡਾਂ 'ਚ ਮੈਂ ਜਿਹੜੀਆਂ ਰਿਪੋਰਟਸ ਲਈਆਂ, ਸ਼ਾਇਦ ਤੁਹਾਡੇ ਕੋਲੇ ਵੀ ਆਈਆਂ ਹੋਣਗੀਆਂ ਜੀ, ਇਸ ਵੇਲੇ ਇਹਨਾਂ ਨੇ ਨੱਕ 'ਚ ਦਮ ਕਰ ਛੱਡਿਆ ਜੀ। ਜਿਹੜੇ ਝੋਨੇ ਖੜੇ ਆ ਨਾ ਖੇਤਾਂ ਦੇ ਵਿੱਚ ਜੀ, ਉੱਥੇ ਇਹਨਾਂ ਨੇ ਕਹਿਣਾ ਸ਼ੁਰੂ ਕਰਤਾ ਕਿ ਅਸੀਂ 2 ਘੰਟੇ ਦੀ ਬਿਜਲੀ ਦੇਵਾਂਗੇ। ਹਾਂ, ਹਾਹਾਕਾਰ ਮੱਚੀ 2 ਘੰਟੇ ਦਿੰਦੇ ਆ ਜੀ, ਸਿਰਫ 2 ਘੰਟੇ ਹੀ ਬਿਜਲੀ ਦਿੱਤੀ ਜਾ ਰਹੀ ਹੈ ਜੀ। ਬਿਲਕੁਲ ਕਿਸਾਨਾਂ ਦੇ ਅੰਦਰ ਹਾਹਾਕਾਰ ਮੱਚੀ ਪਈ ਹੈ ਇਸ ਗੱਲ ਦੇ ਲਈ ਜੀ। ਝੋਨਾ ਅਜੇ ਪੱਕਿਆ ਨਹੀਂ, ਤੁਸੀਂ ਦੱਸੋ ਜੇ ਖੇਤਾਂ 'ਚ ਖੜਾ ਝੋਨਾ ਹੀ ਸਵਾਹ ਹੋ ਗਿਆ ਤਾਂ ਇਹ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ? ਕਿਉਂ ਨਹੀਂ ਕੈਪਟਨ ਅਮਰਿੰਦਰ ਕਹਿੰਦਾ ਕਿ ਮੈਂ ਉੱਥੇ ਜਾ ਕੇ ਦਿੱਲੀ 'ਚ ਜਾ ਕੇ ਬੈਠਦਾ, ਮੇਰੇ ਪੰਜਾਬ ਦਾ ਕਿਉਂ ਬੇੜਾ ਮਤਲਬ ਸਾਡੀ ਸੰਗੀ ਵੀ ਕੁੱਟੀ ਜਾ ਰਹੀ ਹੈ ਤੇ ਸਾਨੂੰ ਬਿਲਕੁਲ ਜਾ ਰਿਹਾ ਕਿ ਅਸੀਂ ਖੁਦ ਹੀ ਖੁਦਕਸ਼ੀ ਕਰ ਰਹੇ ਹਾਂ। ਅੱਛਾ ਸਿੱਧੂ ਸਾਹਿਬ, ਬੜੀ ਹੈਰਾਨੀ ਤਾਂ ਸਿੱਧੂ ਸਾਹਿਬ ਇਹ ਵੀ ਹੈ ਜੀ, ਤੁਸੀਂ ਦੇਖੋ ਸਭ ਤੋਂ ਪਹਿਲਾਂ ਕੈਪਟਨ ਸਾਹਿਬ ਨੇ ਬਿਆਨ ਦਿੱਤਾ ਸੀ ਕਿਸਾਨਾਂ ਨੂੰ ਸੰਬੋਧਨ ਕਰਕੇ, ਉਹ ਕਹਿੰਦੇ ਚਲੋ ਤੁਸੀਂ ਚੱਲੋ ਆਪਾਂ ਦਿੱਲੀ ਚੱਲਦੇ ਆ, ਮੈਂ ਤੁਹਾਡੇ ਨਾਲ ਜਾਊਂਗਾ। ਇੱਕ ਇਹ ਕੈਪਟਨ ਸਾਹਿਬ ਨੇ ਬਿਆਨ ਦਿੱਤਾ ਸੀਗਾ ਜੋ ਕਿ ਉਹਨਾਂ ਨੇ ਪੂਰਾ ਨਹੀਂ ਕੀਤਾ ਤੇ ਨਾ ਹੀ ਉਹਨਾਂ ਨੇ ਮੁੜ ਕੇ ਇਹ ਬਿਆਨ ਦੁਹਰਾਇਆ। ਉਹ ਤੋਂ ਬਾਅਦ ਕੈਪਟਨ ਸਾਹਿਬ ਨੇ ਇਹੀ ਬਿਆਨ ਦਿੱਤਾ ਸੀ ਜਦੋਂ ਕਿਸਾਨ ਮਿਲਣ ਗਏ ਸੀ ਚੰਡੀਗੜ੍ਹ ਦੇ ਵਿੱਚ, ਉਹਨਾਂ ਨੂੰ ਮੀਟਿੰਗ ਹੋਈ ਸੀ, ਉੱਥੇ ਉਹਨਾਂ ਨੇ ਕਿਹਾ ਸੀ ਮੈਂ 1 ਹਫ਼ਤੇ ਦੇ ਵਿੱਚ ਵਿਸ਼ੇਸ਼ ਇਜਲਾਸ ਸੱਦੂਗਾ ਵਿਧਾਨ ਸਭਾ ਦਾ ਤੇ ਇਹ ਕਾਨੂੰਨਾਂ ਨੂੰ ਮੈਂ ਰੱਦ ਕਰੂੰਗਾ। ਉਹ ਵੀ ਹਫ਼ਤਾ ਵੀ ਨਿਕਲ ਗਿਆ, 10 ਦਿਨ ਵੀ ਨਿਕਲ ਗਏ ਤੇ ਫਿਰ ਜਦੋਂ ਕਿਸਾਨਾਂ ਨੇ ਅਲਟੀਮੇਟਮ ਦੇਤਾ 15 ਤਰੀਕ ਦਾ, ਫਿਰ ਸਾਡੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਜੀ ਮੈਂ ਇਸ ਤਰੀਕੇ ਨਾਲ ਕੰਮ ਨਹੀਂ ਕਰ ਸਕਦਾ, ਇਹ ਤੁਸੀਂ ਮੇਰੇ ਤੇ ਦਬਾਅ ਪਾ ਕੇ ਕੰਮ ਕਰਾਉਣਾ ਚਾਹ ਰਹੇ ਹੋ, ਮੈਂ ਦਬਾਅ ਦੇ ਵਿੱਚ ਕੰਮ ਨਹੀਂ ਕਰ ਸਕਦਾ, ਮੈਨੂੰ ਖੁੱਲਾ ਜਿਹਾ ਟਾਈਮ ਚਾਹੀਦਾ। ਜੀ ਬਿਲਕੁਲ, ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਨੇ ਯੂ ਟਰਨ ਲਈ ਹੈ, ਇਹ ਤੋਂ ਬੁਰੀ ਗੱਲ ਕੀ ਹੋ ਸਕਦੀ ਹੈ ਕਿ ਕਿਸਾਨਾਂ ਨਾਲ ਮੀਟਿੰਗ ਕਰਕੇ ਜੀ ਤੂੰ ਕਿਹਾ, ਮੁੱਖ ਮੰਤਰੀ ਨੇ ਕਿਹਾ ਇਸ ਗੱਲ ਦੇ ਲਈ ਕਿ ਵੀ ਮੈਂ ਜਿਹੜਾ ਹੈਗਾ ਸੈਸ਼ਨ ਬੁਲਾਵਾਂਗਾ ਜੀ। ਉਹੀ ਮੁੱਖ ਮੰਤਰੀ ਮੀਡੀਆ ਦੇ ਵਿੱਚ ਵਿਸ਼ੇਸ਼ ਮੁਲਾਕਾਤਾਂ 'ਚ ਇੰਟਰਵਿਊ 'ਚ ਗੱਲ ਕਹਿ ਰਿਹਾ ਹੈ ਕਿਉਂ ਜੀ ਕਰੋਨਾ ਮਹਾਮਾਰੀ ਚੱਲ ਰਹੀ ਹੈ, ਕਰੋਨਾ ਮਹਾਮਾਰੀ ਦੇ ਚੱਲਦਿਆਂ ਸੈਸ਼ਨ ਕਿੱਦਾਂ ਹੋ ਸਕਦਾ ਹੈ? ਬਿਲਕੁਲ, ਸੈਸ਼ਨ ਕੋਈ ਮੀਨਿੰਗਫੁਲ ਹੀ ਨਹੀਂ ਹੋਏਗਾ। ਤੁਹਾਡੀ ਸਰਕਾਰ ਕਿਵੇਂ ਚੱਲ ਰਹੀ ਹੈ, ਤੁਹਾਡਾ ਸੈਕਟਰੀਏਟ ਕਿਵੇਂ ਚੱਲ ਰਿਹਾ ਹੈ, ਤੁਹਾਡੇ ਜ਼ਿਲ੍ਹਾ ਪੱਧਰ ਦਾ ਪ੍ਰਸ਼ਾਸਨ ਕਿਵੇਂ ਚੱਲ ਰਿਹਾ ਹੈ? ਬਿਲਕੁਲ, ਕੀ ਗੱਲ ਹੈ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਕਿਉਂ ਨਹੀਂ ਹੋ ਸਕਦਾ? ਇਹ ਤੋਂ ਐਡਾ ਵੱਡਾ ਬਹਾਨਾ ਜਿਹੜਾ ਹੈਗਾ ਹੋਰ ਕੋਈ ਹੋ ਨਹੀਂ ਸਕਦਾ। ਤੁਸੀਂ ਆਪ ਜਿਹੜਾ ਕਿਸਾਨਾਂ ਦੇ ਨਾਲ ਵਾਅਦਾ ਕਰਕੇ ਜਿਹੜਾ ਤੁਸੀਂ ਸਵਾਲ ਖੜਾ ਕੀਤਾ ਬਹੁਤ ਹੀ ਸੰਜੀਦਾ ਅਹਿਮ ਸਵਾਲ ਹੈ। ਕੈਪਟਨ ਅਮਰਿੰਦਰ ਨੇ ਖੁਦ ਕਿਹਾ ਕਿ ਅਸੀਂ ਦਿੱਲੀ 'ਚ ਜਾ ਕੇ ਧਰਨਾ ਦੇਵਾਂਗੇ, ਮੁਜ਼ਾਹਰਾ ਕਰਾਂਗੇ। ਕੈਪਟਨ ਅਮਰਿੰਦਰ ਪੰਜਾਬੀਆਂ ਨੂੰ ਦੱਸਣ ਤਾਂ ਸਹੀ ਵੀ ਉਹ ਦਿੱਲੀ ਵਾਲਾ ਮੁਜ਼ਾਹਰਾ ਕਿਉਂ ਮੁਲਤਵੀ ਕੀਤਾ ਗਿਆ ਜੀ। ਨਰਿੰਦਰ ਮੋਦੀ ਦਾ ਸੁਨੇਹਾ ਆਇਆ, ਕੋਈ ਕਿਹਦਾ ਸੁਨੇਹਾ ਆਇਆ ਜਿਹਦੇ ਕਰਕੇ ਜਾਨੀ ਕਿ ਸਾਰਾ ਕੁਝ ਕਾਂਗਰਸ ਕੈਪਟਨ ਅਮਰਿੰਦਰ ਜਿਹੜਾ ਇਸ ਵੇਲੇ ਕਰ ਰਿਹਾ ਉਹ ਕਿਸਾਨਾਂ ਦੀ ਹਮਦਰਦੀ ਲੈਣ ਦੀ ਗੱਲ ਵੀ ਕਰ ਰਿਹਾ। ਉਹ ਕਹਿੰਦੇ ਆ ਕਿ ਵੀ ਮੈਂ ਉਹਨਾਂ ਦੀ ਜ਼ੁਬਾਨੀ ਕਲਾਮੀ ਹਮਦਰਦੀ ਵੀ ਲਵਾਂ, ਹਾਂ ਮੇਰੇ ਉਧਰਲੇ ਸਬੰਧ ਵੀ ਠੀਕ ਰਹਿਣ, ਉੱਪਰ ਵੀ ਨਾ ਵਿਗਾੜਾਂ, ਸਿਰ ਦੇ ਵਿੱਚ ਵੀ ਨਾ ਵਿਗਾੜਾਂ। ਬਿਲਕੁਲ, ਮੈਂ ਕਹਿੰਦਾ ਕਿ ਕੈਪਟਨ ਅਮਰਿੰਦਰ ਪੰਜਾਬ ਦੇ ਕੈਪਟਨ ਹੈ, ਮੁੱਖ ਮੰਤਰੀ ਹੈ ਇਸ ਵੇਲੇ। ਸਰ ਜਦੋਂ ਆਪਾਂ ਡਿਸਕਸ਼ਨ ਕਰ ਰਹੇ ਹਾਂ ਸਿੱਧੂ ਸਾਹਿਬ, ਫਿਰ ਤਾਂ ਦੇਖੋ ਫਿਰ ਤਾਂ ਅਸੀਂ ਅਕਾਲੀ ਦਲ ਨੂੰ ਵਧੀਆ ਸਮਝਦੇ ਹਾਂ, ਫਿਰ ਤਾਂ ਅਸੀਂ ਅਕਾਲੀ ਦਲ ਨੂੰ ਵਧੀਆ ਸਮਝਾਂਗੇ। ਘੱਟੋ ਘੱਟ ਉਹਨਾਂ ਨੇ ਵਜ਼ੀਰੀ ਵੀ ਛੱਡੀ ਹੈ ਤੇ ਗੱਠਜੋੜ ਵੀ ਤੋੜਤਾ ਅਗਲੇ ਨੇ, ਤੇ ਫਿਰ ਤਾਂ ਮੈਨੂੰ ਤਾਂ ਇਹ ਲੱਗਦਾ ਕਿ ਅਕਾਲੀ ਦਲ ਹੀ ਚੰਗਾ ਫਿਰ ਤਾਂ। ਮਤਲਬ ਚਲੋ ਅਸੀਂ ਦੇਖੋ ਅਕਾਲੀ ਦਲ ਆਪਾਂ ਚੰਗੇ ਦੀ ਜਾਂ ਬੁਰੇ ਦਾ ਆਪਾਂ ਨਾ ਵੀ ਗੱਲ ਕਰੀਏ, ਪਰ ਅਕਾਲੀ ਦਲ ਨੇ ਇੱਕ ਫੈਸਲਾ ਤਾਂ ਲਿਆ ਹੀ, ਬਿਲਕੁਲ ਇੱਕ ਸਟੈਂਡ ਲਿਆ, ਬਿਲਕੁਲ ਫੈਸਲਾ ਲਿਆ ਜੀ, ਠੀਕ ਹੈ। ਉਹਨਾਂ ਦੀ ਵੋਟਾਂ ਦੀ ਰਾਜਨੀਤੀ ਉਹਨਾਂ ਨੇ ਬੜੀਆਂ ਵੱਡੀਆਂ ਬਲੰਡਰ ਕੀਤੀਆਂ, ਪਰ ਅਲਟੀਮੇਟਲੀ ਹੁਣ ਉਹ ਕਹਿ ਰਹੇ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ। ਕੈਪਟਨ ਅਮਰਿੰਦਰ ਇਸ ਮੁੱਦੇ ਤੇ ਤੁਸੀਂ ਦੇਖੋ ਵਿਸ਼ੇਸ਼ ਸੈਸ਼ਨ ਜਦੋਂ ਪੰਜਾਬ ਆਪਾਂ ਡਿਸਕਸ ਕਰ ਰਹੇ ਹਾਂ ਜੀ, ਮੈਂ ਸਮਝਦਾ ਕਿਸਾਨੀ ਮੁੱਦਿਆਂ ਨੂੰ ਲੈ ਕੇ, ਅੰਦੋਲਨ ਨੂੰ ਲੈ ਕੇ ਅੱਜ ਦੀ ਘੜੀ 'ਚ ਪੰਜਾਬ ਸਭ ਤੋਂ ਵੱਡੇ ਸੰਕਟ ਤੋਂ ਗੁਜ਼ਰ ਰਿਹਾ ਹੈ। ਪਿੰਡਾਂ 'ਚ ਬਹੁਤ ਵੱਡੀ ਪੱਧਰ ਤੇ ਭਰਮ ਭੁਲੇਖੇ ਪੈਦਾ ਹੋ ਰਹੇ ਹੈ, ਸੋਸ਼ਲ ਮੀਡੀਆ 'ਚ ਬਹੁਤ ਕੁਝ ਚੱਲ ਰਿਹਾ ਹੈ, ਲੋਕਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਸਾਡੀਆਂ ਫਸਲਾਂ ਦਾ ਕੀ ਬਣੇਗਾ।
ਕੈਪਟਨ ਅਮਰਿੰਦਰ ਕਿਉਂ ਨਹੀਂ ਕਹਿੰਦਾ ਮੈਂ ਵਿਸ਼ੇਸ਼ ਸੈਸ਼ਨ ਬੁਲਾ ਕੇ ਕਿਸਾਨਾਂ ਨਾਲ, ਉੱਥੇ 2 ਕਿਸਾਨਾਂ ਦੇ ਨੁਮਾਇੰਦੇ ਵੀ ਬੁਲਾਉਣਾ ਵੀ ਆਓ ਤੁਸੀਂ ਸਾਡੇ ਸੈਸ਼ਨ ਨੂੰ ਸੰਬੋਧਨ ਕਰੋ ਜਿਹੜਾ ਆ ਕੇ। ਬਿਲਕੁਲ ਸਪੈਸ਼ਲ ਸੈਸ਼ਨ ਦੇ ਵਿੱਚ ਇਹ ਸਰਕਾਰ ਕੋਲੇ ਅਧਿਕਾਰ ਹੁੰਦਾ, ਕਿਸੇ ਵੀ ਨੇਤਾ ਨੂੰ ਬਾਹਰੋਂ ਬੁਲਾ ਕੇ ਸੈਸ਼ਨ ਨੂੰ ਸੰਬੋਧਨ ਕਰ ਸਕਦੇ ਆ। ਬਿਲਕੁਲ ਇਸ ਮੁੱਦੇ ਦੇ ਉੱਤੇ ਸਾਰਾ ਪੰਜਾਬ ਕਿਉਂ ਨਹੀਂ ਇੱਕ ਮੁੱਠ ਹੁੰਦਾ ਕਰਦਾ ਕਿ ਚਲੋ ਅਸੀਂ ਮੋਦੀ ਦੇ ਗੱਲ ਲਈਏ, ਜੀ ਗੱਲ ਪਈਏ। ਇਹ ਤਾਂ ਆਪਸ ਵਿੱਚ ਲੜਾਈ, ਇਹ ਤਾਂ ਆਪਸ ਵਿੱਚ ਲੜਾਈ ਸ਼ੁਰੂ ਕਰਨ ਦਾ ਦੌਰ ਹੋ ਗਿਆ ਨਾ ਜੀ ਕੰਮ। ਬਿਲਕੁਲ ਜੀ, ਕਿਸਾਨਾਂ ਦੇ ਗਲ ਪਾ ਦਿਓ ਲੋਕਾਂ ਨੂੰ। ਕਿਤੇ ਕਿਹਾ ਜਾ ਰਿਹਾ ਮਟਰ ਮਹਿੰਗੇ ਹੋ ਗਏ, ਕਿਤੇ ਕਿਹਾ ਜਾ ਰਿਹਾ ਗੋਭੀ ਮਹਿੰਗੀ ਹੋ ਗਈ। ਇਹ ਕਿਉਂ ਨਹੀਂ ਕਿਹਾ ਜਾ ਰਿਹਾ ਕਿ ਕਿਸਾਨ ਦੇ ਗਲ ਜਿਹੜੇ ਘਰ ਨੂੰ ਅੱਗ ਲਾਈ ਗਈ ਹੈ ਜੀ, ਉਹ ਕਿਉਂ ਨਹੀਂ ਕਿ ਪੁੱਛਦਾ ਕਿ ਤੀਲੀ ਕਿਉਂ ਲਾਈ ਗਈ ਹੈ ਘਰ ਨੂੰ ਅੱਗ। ਠੀਕ ਹੈ, ਘਰ ਦੇ ਵਿੱਚ ਕੀ ਮੱਚਿਆ ਕੀ ਬਚ ਗਿਆ, ਇਹ ਬਾਅਦ ਦੀਆਂ ਗੱਲਾਂ ਹੈ। ਅੱਛਾ ਸਿੱਧੂ ਸਾਹਿਬ ਸਾਡੇ ਕੋਲ ਜੀ ਸੰਖੇਪ ਜੀ ਤੁਹਾਡੀ ਇਜਾਜ਼ਤ ਨਾਲ ਮੈਂ 2 ਸੈਕਿੰਡ ਹੋਰ ਲਵਾਂਗਾ। ਜੀ ਜੀ ਜੀ। ਇੱਕ ਰਸ਼ੀਅਨ ਬਹੁਤ ਵੱਡੀ ਕਹਾਵਤ ਹੈ, ਪਿੰਡ ਦੇ ਬਾਹਰ ਇੱਕ ਬੇਸੁਰਾ ਕੋਈ ਮੇਰੇ ਵਰਗਾ ਗਾਉਣ ਵਾਲਾ ਆ ਗਿਆ ਰਾਤ ਨੂੰ, ਸਾਰਾ ਪਿੰਡ ਡਾਂਗਾਂ ਕੱਢ ਕੇ ਆ ਗਿਆ ਤੇ ਉਹਦੇ ਆਲੇ ਦੁਆਲੇ ਘੁੰਮੀ ਜਾਣ। ਉਹ ਬੇਸੁਰਾ ਕਹਿੰਦਾ ਤੁਸੀਂ ਡਾਂਗਾਂ ਲੈ ਕੇ ਘੁੰਮਦੇ ਫਿਰਦੇ ਹੋ, ਮੇਰੇ ਮਾਰਦੇ ਕਿਉਂ ਨਹੀਂ, ਮੈਨੂੰ ਸਮਝ ਨਹੀਂ ਲੱਗਦੀ। ਉਹ ਕਹਿੰਦੇ ਤੈਨੂੰ ਨਹੀਂ ਮਾਰਦੇ, ਤੈਨੂੰ ਪਿੰਡ 'ਚ ਲੈ ਕੇ ਕਿਹੜਾ ਆਇਆ, ਅਸੀਂ ਤਾਂ ਉਹਨੂੰ ਲੱਭ ਰਹੇ ਹਾਂ। ਠੀਕ ਹੈ, ਜ਼ਰੂਰਤ ਇਸ ਗੱਲ ਦੀ ਹੈ ਸਰ, ਇਹ ਸਾਡੇ ਪੰਜਾਬ ਨੂੰ ਅੱਗ ਕੌਣ ਲਵਾ ਰਿਹਾ ਹੈ। ਬਿਲਕੁਲ ਇਹ ਸਮਝਣ ਦੀ ਲੋੜ ਹੈ। ਬਿਲਕੁਲ ਜੀ। ਬਾਕੀ ਕੀ ਕਰਾਂਗੇ, ਕਿਸਾਨ ਤਾਂ ਪਹਿਲਾਂ ਹੀ ਮਰ ਰਹੇ ਹੈ। ਬਿਲਕੁਲ ਜੀ। ਅੱਛਾ ਸਿੱਧੂ ਸਾਹਿਬ, ਨਵਜੋਤ ਸਿੰਘ ਸਿੱਧੂ ਦੀ ਵੀ ਮੈਂ ਗੱਲ ਥੋੜੀ ਜਿਹੀ ਕਰਨੀ ਆ ਤੁਹਾਡੀ। ਜਿਸ ਤਰੀਕੇ ਦੇ ਨਾਲ ਮੋਗਾ ਰੈਲੀ ਤੇ ਕੀ ਹੋਇਆ ਸਭ ਨੂੰ ਪਤਾ ਹੈ ਕਿ ਜਿਸ ਤਰੀਕੇ ਦੇ ਨਾਲ ਸਿੱਧੂ ਨੇ ਸੰਬੋਧਨ ਕੀਤਾ ਉਦੋਂ, ਠੀਕ ਹੈ ਉਹ ਉਹਨਾਂ ਦਾ ਆਪਣਾ ਮਾਮਲਾ, ਪਰ ਹੁਣ ਜਿਸ ਤਰੀਕੇ ਦਾ ਉਸ ਤੋਂ ਬਾਅਦ ਹੋਇਆ ਤੇ ਪਹਿਲਾਂ ਗੱਲ ਇਹ ਚੱਲੀ ਸੀ ਕਿ ਰਾਵਤ ਸਾਹਿਬ ਕਹਿ ਰਹੇ ਦਿਖਦੇ ਸੀ ਸਾਨੂੰ ਕਿ ਨਵਜੋਤ ਸਿੰਘ ਸਿੱਧੂ ਨੂੰ ਇੱਕ ਖਾਸ ਅਹੁਦਾ ਅਸੀਂ ਦੇ ਸਕਦੇ ਹਾਂ, ਤੇ ਫਿਰ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਆਉਂਦਾ, ਉਹ ਕਹਿੰਦੇ ਜੀ ਇਹਨੂੰ ਤਾਂ ਹਜੇ 3 ਸਾਲ ਹੋਏ ਨੇ ਆਏ ਨੂੰ ਤੇ ਇੰਨੀ ਜਲਦੀ ਅਸੀਂ ਐਡਾ ਵੱਡਾ ਅਹੁਦਾ ਨਹੀਂ ਦੇ ਸਕਦੇ, ਉਹ ਵੀ ਸੁਨੀਲ ਜਾਖੜ ਦੇ ਬਰਾਬਰ ਕਿ ਜਿਨ੍ਹਾਂ ਨੇ ਕਹਿੰਦੇ ਸਾਰੀ ਜ਼ਿੰਦਗੀ ਲਗਾਈ ਪਾਰਟੀ ਦੇ ਵਿੱਚ। ਦੇਖੋ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ, ਕਿਉਂਕਿ ਨਵਜੋਤ ਸਿੰਘ ਸਿੱਧੂ ਕੋਈ ਪੁਰਾਣੇ ਇਹ ਨਵੇਂ ਲੀਡਰ ਤਾਂ ਹੈ ਨਹੀਂ ਗੇ ਕਿ ਹੁਣ 3 ਸਾਲ ਤੋਂ ਪਹਿਲਾਂ ਹੀ ਉਹਨਾਂ ਦਾ ਸਿਆਸਤ ਦੇ ਵਿੱਚ ਜਨਮ ਹੋਇਆ, ਲਗਾਤਾਰ ਕਿੰਨੀ ਵਾਰ ਉਹ MP ਰਹਿ ਚੁੱਕੇ ਨੇ, ਤੇ ਇਹ ਕੀ ਇਹ ਗੱਲ ਇਹ ਦਰੁਸਤ ਕਹੀ ਜਾ ਸਕਦੀ ਹੈ ਜੀ ਕਿ 3 ਸਾਲ ਹੋਏ ਨੇ ਜੀ ਤੇ ਅਸੀਂ ਪ੍ਰਧਾਨ ਨਹੀਂ ਬਣਾ ਸਕਦੇ ਪਾਰਟੀ ਦਾ ਪੰਜਾਬ ਦਾ? ਕੈਪਟਨ ਇਹ ਗੱਲ ਕਹਿ ਕੇ ਜਿਹੜਾ ਕਿ 3 ਸਾਲ ਹੀ ਹੋਏ ਆ ਉਹਨੂੰ ਪਾਰਟੀ ਜਾਏ ਨੂੰ ਕਿਵੇਂ ਪ੍ਰਧਾਨ ਬਣ ਸਕਦਾ ਹੈ ਜੀ। ਯਾਨੀ ਤੁਸੀਂ ਪੋਲੀਟੀਸ਼ੀਅਨ ਦਾ ਕਰੈਕਟਰ ਦੇਖੋ ਕਿ ਆਪਣੇ ਮੁਤਾਬਕ ਕਿਵੇਂ ਯੂ ਟਰਨ ਲੈਂਦੇ ਆ ਜੀ। ਅਮਰਿੰਦਰ ਨੂੰ ਕੋਈ ਗੱਲ ਚੇਤੇ ਕਰਾਵੇ, ਸਿੰਪਲ ਨਵਜੋਤ ਸਿੱਧੂ ਕਾਂਗਰਸ ਪ੍ਰਧਾਨ ਬਣਾਵੇ ਨਾ ਬਣਾਵੇ, ਚਲੋ ਉਹਨਾਂ ਦਾ ਮਾਮਲਾ ਹੈ, ਬੀਂਗ ਜਰਨਲਿਸਟ ਮੈਂ ਕਮੈਂਟ ਕਰ ਰਿਹਾ ਹਾਂ। ਕੈਪਟਨ ਅਮਰਿੰਦਰ ਇਹ ਗੱਲ ਕਿਵੇਂ ਭੁੱਲ ਗਏ ਕਿ ਲੰਬਾ ਸਮਾਂ ਕਾਂਗਰਸ 'ਚ ਹਲਵਾ ਫੰਡਾ ਛਕਣ ਤੋਂ ਬਾਅਦ ਪਾਰਲੀਮੈਂਟ ਮੈਂਬਰ ਰਹੇ, ਬੜੇ ਅਹੁਦਿਆਂ ਤੇ ਰਹੇ, ਜਨਾਬ ਅਕਾਲੀ ਦਲ 'ਚ ਚਲੇ ਗਏ, ਕਾਰਨ ਕੋਈ ਵੀ ਹੋਵੇ ਜੀ। ਅਕਾਲੀ ਦਲ ਤੋਂ ਬਾਅਦ ਵਿੱਚ ਵਾਪਸ ਫੇਰ ਕਾਂਗਰਸ 'ਚ ਆ ਗਏ, ਕਾਂਗਰਸ ਜਾ ਕੇ ਜਨਾਬ 1 ਸਾਲ ਬਾਅਦ ਹੀ ਜਿਹੜਾ ਹੈਗਾ ਕਾਂਗਰਸ ਦੇ ਪ੍ਰਧਾਨ ਬਣ ਗਏ। ਬਿਲਕੁਲ। ਤੇ ਆਪਾਂ ਕਿਵੇਂ 1 ਸਾਲ ਬਾਅਦ ਪ੍ਰਧਾਨ ਬਣ ਗਏ? ਨਵਜੋਤ ਸਿੱਧੂ ਨੇ ਤਾਂ ਬਿਲਕੁਲ ਨਵਜੋਤ ਸਿੱਧੂ ਨੇ ਤਾਂ ਕਾਂਗਰਸ ਦਾ ਕੋਈ ਹਲਵਾ ਮੰਡਾ ਛਕਿਆ ਨਹੀਂ ਹੈਗਾ, ਉਹਦਾ ਬਾਹਰੋਂ ਹੀ ਜੋ ਕੁਝ ਲੈ ਕੇ ਆਇਆ ਕਾਂਗਰਸ ਦੇ, ਜਿਵੇਂ ਆਪਾਂ ਕਹਿ ਦਿੰਦੇ ਆਪਣੇ ਨਾਲ ਹੀ ਲੈ ਕੇ ਆਇਆ ਜੀ ਜੀ। ਬਿਲਕੁਲ ਬਿਲਕੁਲ। ਕਾਂਗਰਸ ਤੋਂ ਤਾਂ ਉਹਨੇ ਕੁਝ ਲਿਆ ਹੀ ਨਹੀਂ ਹੈ। ਇਸ ਕਰਕੇ ਕੈਪਟਨ ਅਮਰਿੰਦਰ ਕਿਵੇਂ ਕਹਿੰਦੇ 3 ਸਾਲ ਦੀ ਗੱਲ ਜਾਣੀ, ਉਹਨਾਂ ਦੀ ਕੈਪਟਨ ਅਮਰਿੰਦਰ ਦੀ ਕਮਾਲ ਦੇਖੋ। ਇਹ ਕੈਪਟਨ ਅਮਰਿੰਦਰ ਨੇ ਸਪਸ਼ਟ ਕਰਦੀ ਗੱਲ ਹੈ ਕਿ ਮੈਂ ਵਿਜਿਤ ਹੈ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਕਾਂਗਰਸ ਨੂੰ ਮੈਂ ਨਵਜੋਤ ਸਿੱਧੂ ਨੂੰ ਅੱਗੇ ਨਹੀਂ ਆਉਣ ਦਿਆਂਗਾ ਜੀ ਜੀ। ਮੈਂ ਤੁਹਾਡਾ ਅਗਲਾ ਸਵਾਲ ਨਾਲ ਤੁਹਾਡਾ ਸਮਾਂ ਖਤਮ ਹੋਵੇ, ਇਹ ਗੱਲ ਜ਼ਰੂਰ ਕਹਿਣਾ ਚਾਹੁੰਦਾ ਹਾਂ ਜੀ ਕਿ ਕੈਪਟਨ ਅਮਰਿੰਦਰ ਚਾਹੇ ਜੋ ਮਰਜ਼ੀ ਕਹਿਣਾ, ਪਾਰਟੀ ਹਾਈ ਕਮਾਂਡ ਨੇ ਫੈਸਲਾ ਕਰ ਲਿਆ, ਮੈਂ ਤੁਹਾਨੂੰ ਦਰਸ਼ਕ ਵੀ ਸੁਣ ਰਹੇ ਹੈ। ਕੈਪਟਨ ਅਮਰਿੰਦਰ ਦੀ ਦਿਲਚਸਪੀ ਦੇਖੋ ਜੀ ਕਿ ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੁੱਲੋਂ ਇਹੀ ਜਾਖੜ ਸਾਹਿਬ ਨੂੰ ਅੱਗੇ ਲਾ ਕੇ ਪੰਜਾਬ ਚੋਂ ਪਾਰਟੀ ਚੋਂ ਕਢਵਾਤਾ, ਕਾਜ ਲੰਮੀ ਚਿੱਠੀ ਲਿਖਵਾਤੀ, ਇਹ ਕਰਦਾ ਕਿ BJP 'ਚ ਚਲੇ ਗਏ ਜੀ। ਉਹੀ ਪ੍ਰਤਾਪ ਬਾਜਵਾ ਜਿਹੜਾ ਜਦੋਂ ਰਾਹੁਲ ਗਾਂਧੀ ਸਟੇਜ ਤੇ ਹੈ, ਜਨਾਬ ਕੈਪਟਨ ਸਿੱਧੂ ਆਪਣਾ ਕੈਪਟਨ ਅਮਰਿੰਦਰ ਵੀ ਸਟੇਜ ਦੇ ਉੱਤੇ ਬੈਠੇ ਹੈ ਜੀ, ਸਾਰੇ ਬੈਠੇ ਹੈ ਤੇ ਬਾਜਵਾ ਉਸੇ ਸਟੇਜ ਤੋਂ ਸੰਬੋਧਨ ਕਰ ਰਿਹਾ ਹੈ। ਨਾ ਸਿਰਫ ਸੰਬੋਧਨ ਕੀਤਾ, ਮੇਰੀ ਜਾਣਕਾਰੀ ਮੁਤਾਬਕ ਬਾਅਦ ਕੈਪਟਨ ਅਮਰਿੰਦਰ ਨੇ ਬਾਜਵਾ ਜੀ ਨੂੰ ਕਿਹਾ ਕਿ ਬਾਜਵਾ ਜੀ ਜਾਇਓ ਨਾ, ਥੱਕ ਕੇ ਜਾਇਓ, ਤੁਸੀਂ ਭਾਵੇਂ 1 ਫੁੱਲ ਕਹਿ ਸਕਿਓ। ਕੋਈ ਥੋੜੇ ਦਿਨ ਪਹਿਲਾਂ ਇਹ ਕੀ ਕਹਿੰਦੇ ਸੀ ਤੇ ਉਸ ਤੋਂ ਬਾਅਦ ਬਾਜਵਾ ਜੀ ਬਾਰੇ ਕੀ ਅਪਰੋਚ ਹੈ
ਸੋ ਇਸ ਕਰਕੇ ਨਵਜੋਤ ਸਿੱਧੂ ਬਾਰੇ ਜੋ ਇਹਨਾਂ ਨੇ ਕਿਹਾ ਜੀ ਉਹ ਕੋਈ ਪੱਥਰ ਦੇ ਲਕੀਰ ਨਹੀਂ, ਪਾਰਟੀ ਹਾਈ ਕਮਾਂਡ ਨੇ ਫੈਸਲਾ ਬਿਲਕੁਲ ਅੰਦਾਜ਼ਾ ਲਾ ਲਓ ਕਿ ਪੋਲੀਟੀਕਲ ਲੀਡਰਾਂ ਦਾ ਹਾਲਤ ਕੀ ਹੁੰਦੀ ਹੈ ਕਿ ਪੂਰੇ ਪੰਜਾਬ ਨੇ ਗੱਜ ਲੰਮੀ ਚਿੱਠੀ ਲਿਖੀ ਪ੍ਰਤਾਪ ਬਾਜਵਾ ਤੇ ਦੁੱਲੋਂ ਦੇ ਖਿਲਾਫ ਜੀ, ਦੋਨਾਂ ਨੂੰ ਹੀ ਉਸੇ ਸਟੇਜ ਤੇ ਬੁਲਾਇਆ ਗਿਆ ਥੋੜੇ ਦਿਨ ਬਾਅਦ। ਕਿੱਧਰ ਗਈ ਉਹ ਚਿੱਠੀ? ਬਿਲਕੁਲ ਬਿਲਕੁਲ। ਉਹ ਇਸ ਕਰਕੇ ਜਿਹੜਾ ਇਹਦਾ ਬਿਆਨ ਹੈ ਨਾ ਜੀ, ਮੈਂ ਇਹਨੂੰ ਬਹੁਤੀ ਅਹਿਮੀਅਤ ਨਹੀਂ ਦਿੰਦਾ। ਠੀਕ ਹੈ ਜੀ, ਪਾਰਟੀ ਹਾਈ ਕਮਾਂਡ ਫੈਸਲਾ ਕਰੇਗੀ। ਕੈਪਟਨ ਅਮਰਿੰਦਰ ਨੇ ਜਿਵੇਂ ਆਪਾਂ ਚੈਨਲ ਤੇ ਇਦਾਂ ਦੇ ਇੱਕ ਹਲਕਾ ਜਿਹਾ ਸ਼ਬਦ ਵਰਤਦੇ ਹੁੰਦੇ ਕਿ ਪੜਾਸ ਕੱਢ ਲਈ ਹੈ। ਜੀ ਜੀ ਜੀ, ਪੜਾਸ ਜ਼ਰੂਰ ਕੱਢ ਲਈ ਆਪਣੀ ਜਿਹੜੀ ਹੈਗੀ ਹੈ। ਠੀਕ ਹੈ, ਪਾਰਟੀ ਹਾਈ ਕਮਾਂਡ ਹੀ ਫੈਸਲਾ ਕਰੇਗੀ। ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਜੀ ਸਰਦਾਰ ਜਗਤਾਰ ਸਿੰਘ ਸਿੱਧੂ ਸਾਹਿਬ, ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ। ਤੁਸੀਂ ਆਪਣੇ ਜਿਹੜੇ ਵਿਚਾਰ ਨੇ ਉਹ ਸਾਡੇ ਦਰਸ਼ਕਾਂ ਤੱਕ ਰੱਖੇ ਨੇ ਤੇ ਦਰਸ਼ਕਾਂ ਨੂੰ ਚੰਗੀਆਂ ਤੇ ਸੱਚੀਆਂ ਜਿਹੜੀਆਂ ਗੱਲਾਂ ਨੇ ਜੀ ਉਹ ਤੁਸੀਂ ਦੱਸੀਆਂ ਨੇ। ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਮੈਂ ਗੱਲ ਕਰ ਰਿਹਾ ਸੀ ਕਿ ਪ੍ਰਸ਼ਾਂਤ ਕਿਸ਼ੋਰ ਸਾਹਿਬ ਪੰਜਾਬ ਦੀ ਧਰਤੀ ਤੇ ਆਏ ਸੀ, ਚੰਡੀਗੜ੍ਹ ਦੇ ਵਿੱਚ ਆਏ ਸੀ, ਇੱਕ ਸੈਮੀਨਾਰ ਸੀ ਉੱਥੇ ਆਏ ਸੀ ਤੇ ਪ੍ਰਸ਼ਾਂਤ ਕਿਸ਼ੋਰ ਨੇ ਕੁਝ ਦੋ ਕੁ ਗੱਲਾਂ ਕਰੀਆਂ ਜੀ, ਉਹ ਗੱਲਾਂ ਬੜੀਆਂ ਕਮਾਲ ਦੀਆਂ ਨੇ, ਉਹ ਸਾਂਝੀਆਂ ਕਰਨੀਆਂ ਬੜੀਆਂ ਜ਼ਰੂਰੀ ਨੇ। ਪ੍ਰਸ਼ਾਂਤ ਕਿਸ਼ੋਰ ਕਹਿ ਕੇ ਗਏ ਨੇ ਜੀ, ਕਹਿੰਦੇ ਕਿ ਆਜ਼ਾਦੀ ਦੀ ਲੜਾਈ ਤੋਂ ਬਾਅਦ ਹੁਣ ਇਸ ਮੌਕੇ ਪੂਰਨ ਆਜ਼ਾਦੀ ਦੇ ਲਈ ਜਿਹੜੀ ਲੜਾਈ ਆ ਉਹ ਲੜੀ ਜਾ ਰਹੀ ਹੈ ਦੇਸ਼ ਦੇ ਵਿੱਚ, ਤੇ ਕਹਿੰਦੇ ਇਹ ਇਸ ਜਿਹੜੀ ਪੂਰਨ ਆਜ਼ਾਦੀ ਦੀ ਲੜਾਈ ਦੀ ਲਹਿਰ ਹੈ ਕਹਿੰਦੇ ਉਹ ਇੱਕ ਉੱਠਦੀ ਜਾ ਰਹੀ ਹੈ ਦੇਸ਼ ਦੇ ਵਿੱਚ। ਤੇ ਅੱਗੇ ਕਹਿੰਦੇ ਨੇ ਕਿ ਲੋਕਾਂ ਦੇ ਮਨਾਂ ਦੇ ਵਿੱਚੋਂ ਡਰ ਨਿਕਲਣ ਲੱਗਿਆ ਤੇ ਦੇਸ਼ ਦੀਆਂ ਨਜ਼ਰਾਂ ਪੰਜਾਬ ਤੇ ਨੇ। ਇਹ ਇੱਕ ਬਹੁਤ ਵੱਡਾ ਉਹ ਜਿਹੜੀ ਗੱਲ ਕਹਿ ਕੇ ਗਏ ਨੇ। ਉਹ ਕਹਿੰਦੇ ਕਿ ਇਸ ਮੌਕੇ ਦੇਸ਼ ਦੀਆਂ ਜਿਹੜੀਆਂ ਨਜ਼ਰਾਂ ਨੇ ਉਹ ਸਿਰਫ ਤੇ ਸਿਰਫ ਪੰਜਾਬ ਤੇ ਲੱਗੀਆਂ ਹੋਈਆਂ ਨੇ ਤੇ ਕਹਿੰਦੇ ਕਿ ਪੰਜਾਬ ਲੋਕਤੰਤਰ ਦੀ ਬਹਾਲੀ ਲਈ ਦੇਸ਼ ਦੇ ਵਿੱਚ ਅਹਿਮ ਯੋਗਦਾਨ ਨਿਭਾ ਸਕਦਾ। ਪੰਜਾਬੀ ਕਿਸ ਤਰ੍ਹਾਂ ਦੇ ਨੇ, ਪੰਜਾਬੀ ਕੌਮ ਕਿਸ ਤਰ੍ਹਾਂ ਦੀ ਆ, ਤੇ ਇਹ ਕੋਈ ਦੱਸਣ ਦੀ ਬਾਹਲੀ ਲੋੜ ਨਹੀਂ ਆ ਜੀ। ਇਹ ਸਭ ਨੂੰ ਪਤਾ ਕਿ ਜਿੱਥੇ ਸਟੈਂਡ ਲਿਆ ਤੇ ਫਿਰ ਉੱਥੇ ਹੀ ਕਾਇਮ ਰਹਿਣਾ, ਤੇ ਭਾਵੇਂ ਦੁਨੀਆ ਇੱਧਰ ਤੋਂ ਉੱਧਰ ਹੋ ਜੇ ਤੇ ਫਿਰ ਆਪਣੀ ਜਿਹੜੀ ਆ ਗੱਲ ਹੈ, ਆਪਣਾ ਜੋ ਮਨ ਦੇ ਵਿੱਚ ਧਾਰਿਆ ਸੀ ਜੋ ਚੀਜ਼, ਉਸੇ ਤੇ ਹੀ ਡਟੇ ਰਹਿੰਦੇ ਨੇ। ਤੇ ਇਸੇ ਕਰਕੇ ਹੀ ਜਿਹੜੀ ਆ ਪੰਜਾਬੀ ਕੌਮ ਆ ਉਹ ਦੇਸ਼ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਜਾਣੀ ਜਾਂਦੀ ਹੈ। ਜਿੱਥੇ ਮਰਜ਼ੀ ਤੁਸੀਂ ਚਲੇ ਜਾਓ, ਪੰਜਾਬੀਆਂ ਦੀ ਤੁਸੀਂ ਗੱਲ ਕਰ ਲਿਓ ਤੇ ਜੇ ਬਹਾਦਰੀ ਦੀ ਗੱਲ ਨਾ ਹੋਈ ਤਾਂ ਵਾਪਸ ਆ ਕੇ ਕਹਿ ਦਿਓ ਕਿ ਉੱਥੇ ਪੰਜਾਬੀਆਂ ਦੀ ਬਹਾਦਰੀ ਦੀ ਗੱਲ ਨਹੀਂ ਹੋਈ ਸੀ। ਚਾਹੇ ਉਹ ਵਰਲਡ ਵਾਰ 2 ਹੋਵੇ, 1 ਹੋਵੇ, ਜਿਹੜੀ ਮਰਜ਼ੀ ਹੋਵੇ, ਕੋਈ ਵੀ ਲੜਾਈ ਹੋਵੇ, ਚਾਹੇ ਉਹ ਕੋਈ ਵੀ ਦੇਸ਼ ਹੋਵੇ, ਪੰਜਾਬੀ ਹਮੇਸ਼ਾ ਹੀ ਅੱਗੇ ਰਹਿੰਦੇ ਨੇ ਤੇ ਸੱਚ ਤੇ ਸੱਚਾਈ ਦੀ ਲੜਾਈ ਲੜਦੇ ਨੇ। ਸੋ ਸਮਾਂ ਸਾਡੇ ਕੋਲ ਘੱਟ ਹੀ ਹੈ ਜੀ, ਲੇਕਿਨ ਇੱਕ ਸਾਡੇ ਕਾਲਰ ਇਸ ਮੌਕੇ ਜੁੜੇ ਨੇ ਸਾਡੇ ਨਾਲ, ਉਹਨਾਂ ਦੀ ਕਾਲ ਲੈਂਦੇ ਹਾਂ। ਸਵਾਗਤ ਹੈ ਸਰ। ਸਵਾਗਤ ਹੈ ਜੀ, ਬਹੁਤ ਬਹੁਤ। ਠੀਕ ਹੈ ਜੀ, ਸ਼ਾਇਦ ਕਾਲ ਕੱਟ ਗਈ ਹੈ ਜੀ। ਸੋ ਜਿਸ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਤੇ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਦੇ ਵਿਚਕਾਰ ਚੱਲਦੀ ਹੈ, ਪਰ ਇਸ ਤੋਂ ਪਹਿਲਾਂ ਜਿਹੜੇ ਨਵਜੋਤ ਸਿੰਘ ਸਿੱਧੂ ਤੇ ਸੁਖਜਿੰਦਰ ਰੰਧਾਵਾ ਦੇ ਜਿਹੜੇ ਵਿਚਾਰ ਸੀ ਜੀ ਉਹ ਕਾਫੀ ਮਿਲਦੇ ਸੀ, ਖਾਸ ਕਰਕੇ ਬੇਅਦਬੀ ਮਾਮਲੇ ਤੇ ਇੱਕ ਦੂਜੇ ਦੇ ਬਿਆਨ ਦੀ ਸਪੋਰਟ ਕਰਦੇ ਹੁੰਦੇ ਸੀ ਇਹ ਜਦੋਂ ਸਰਕਾਰ ਬਣੀ ਹੈ ਕਾਂਗਰਸ ਦੀ। ਪਰ ਹੁਣ ਹੌਲੀ ਹੌਲੀ ਸ਼ਾਇਦ ਰੰਧਾਵਾ ਸਾਹਿਬ ਨੇ ਵੀ ਲੱਗਿਆ ਹੋਣਾ, ਸ਼ਾਇਦ ਠੀਕ ਹੈ, ਉਹ ਵੀ ਇੱਕ ਮੰਤਰੀ ਨੇ ਤੇ ਮਹਿਸੂਸ ਹੋਇਆ ਹੋਣਾ ਉਹਨਾਂ ਨੂੰ ਸਿੱਧੂ ਸਾਹਿਬ ਦੀ ਉਹ ਗੱਲ ਜੋ ਸਿੱਧੂ ਸਾਹਿਬ ਨੇ ਮੋਗਾ ਰੈਲੀ ਦੌਰਾਨ ਸੰਬੋਧਨ ਦੌਰਾਨ ਕਹੀ ਸੀ। ਖੈਰ ਇਹ ਉਹਨਾਂ ਦਾ ਆਪਣਾ ਪਰਸਨਲ ਮਾਮਲਾ। ਪਰ ਸੁਖਜਿੰਦਰ ਰੰਧਾਵਾ ਸਾਹਿਬ 2 ਦਿਨ ਪਹਿਲਾਂ ਖੰਨੇ ਆਏ ਸੀ ਤੇ ਉੱਥੇ ਉਹ ਬਿਆਨ ਦੇ ਕੇ ਗਏ ਨੇ ਜੀ, ਕਹਿੰਦੇ ਇਹ ਮੇਰੀ ਕੋਈ ਬੇਇੱਜ਼ਤੀ ਨਹੀਂ, ਇਹ ਤਾਂ ਹਾਈ ਕਮਾਨ ਦੀ ਜੋ ਵੀ ਹੋਇਆ ਇਹ ਬੇਇੱਜ਼ਤੀ ਹੋਈ ਹੈ। ਕਿਉਂਕਿ ਕਹਿੰਦੇ ਕਿ ਮੈਨੂੰ ਤਾਂ ਹਰੀਸ਼ ਰਾਵਤ ਸਾਹਿਬ ਨੇ ਭੇਜਿਆ ਸੀਗਾ ਚਿੱਠ ਲੈ ਕੇ, ਉਹਨਾਂ ਦੇ ਨਾਂ ਨੀਚੇ ਲਿਖਿਆ ਹੋਇਆ ਸੀ ਕਿ ਜਲਦੀ ਸਪੀਚ ਖਤਮ ਕਰੋ ਕਿਉਂਕਿ ਰਾਹੁਲ ਗਾਂਧੀ ਹੋਰਾਂ ਨੇ ਵੀ ਬੋਲਣਾ ਹੈਗਾ। ਤੇ ਉਹ ਕਹਿ ਰਹੇ ਕਿ ਮੇਰੀ ਇਹ ਬੇਇੱਜ਼ਤੀ ਨਹੀਂ ਹੋਈ ਹੈ ਜੀ, ਇਹ ਤਾਂ ਹਾਈ ਕਮਾਨ ਦੀ ਬੇਇੱਜ਼ਤੀ ਹੋਈ ਆ। ਚਲੋ ਠੀਕ ਹੈ, ਰੰਧਾਵਾ ਸਾਹਿਬ ਇਹ ਗੱਲ ਕਹਿ ਕੇ ਇੱਕ ਪਾਸੇ ਹੋ ਗਏ, ਪਰ ਰੰਧਾਵਾ ਸਾਹਿਬ ਜਿੱਥੋਂ ਤੱਕ ਲੱਗਦਾ ਕਿ ਗੱਲ ਉਹ ਦਿਲ ਤੇ ਲਗਾ ਕੇ ਬੈਠੇ ਨੇ। ਪਰ ਖੈਰ ਠੀਕ ਹੈ, ਇਸ ਤਰ੍ਹਾਂ ਦੀਆਂ ਗੱਲਾਂ ਹੋ ਜਾਂਦੀਆਂ ਨੇ, ਇਸ ਕਰਕੇ ਦੋਨੇ ਹੀ ਪਾਰਟੀ ਦੇ ਆਗੂ ਨੇ ਤੇ ਦੋਨਾਂ ਨੂੰ ਆਪਸ ਦੇ ਵਿੱਚ ਜਿਹੜਾ ਜੇਕਰ ਕੋਈ ਮਨ ਮੁਟਾਵ ਹੈ ਤਾਂ ਉਹ ਮਿਟਾ ਲੈਣੇ ਚਾਹੀਦੇ ਨੇ ਜੀ। ਸੋ ਦਰਸ਼ਕੋ ਜਿਹੜਾ ਸਮਾਂ ਜੀ ਉਹ ਸਾਡਾ ਹੁਣ ਤਕਰੀਬਨ ਪੂਰਾ ਸਮਾਪਤ ਹੋ ਚੁੱਕਿਆ ਤੇ ਕਿਉਂਕਿ ਅੱਜ ਸ਼ਨੀਵਾਰ ਦਾ ਦਿਨ ਹੈ, ਇਸ ਕਰਕੇ ਹੁਣ 2 ਦਿਨ ਜਿਹੜਾ ਗਲੋਬਲ ਗੱਲਬਾਤ ਦਾ ਪ੍ਰਸਾਰਨ ਹੈ ਜੀ ਉਹ ਨਹੀਂ ਹੁੰਦਾ। ਤੇ ਹੁਣ ਸਾਡੀ ਜਿਹੜੀ ਮੁਲਾਕਾਤ ਹੈ ਉਹ ਅਗਲੇ ਹਫ਼ਤੇ
ਮੰਗਲਵਾਰ ਨੂੰ ਠੀਕ 7:30 ਵਜੇ ਇਸੇ ਚੈਨਲ ਤੇ ਹੋਏਗੀ। ਤੇ ਹੁਣ 2 ਦਿਨ ਦੇ ਲਈ ਜਿਹੜੇ ਸਾਡੇ ਬਾਕੀ ਦੇ ਹੋਰ ਲਾਈਵ ਸ਼ੋਅ ਨੇ ਜੋ ਇਸੇ ਸਮੇਂ 7:30 ਤੇ ਹੀ ਆਉਂਦੇ ਨੇ, ਤੁਸੀਂ ਉਹਨਾਂ ਨੂੰ ਦੇਖਣਾ ਨਾ ਭੁੱਲਿਓ। ਤੁਸੀਂ ਜਿਸ ਤਰ੍ਹਾਂ ਦੇ ਨਾਲ ਸਾਡੇ ਇਸ ਸ਼ੋਅ ਨੂੰ ਪਿਆਰ ਦਿੰਦੇ ਹੋ ਤੇ ਸਮਾਂ ਦਿੰਦੇ ਹੋ, ਤੇ ਬਾਕੀ ਦੇ ਜਿਹੜੇ ਸਾਡੇ ਲਾਈਵ ਸ਼ੋਅ ਨੇ ਸਾਨੂੰ ਉਮੀਦ ਹੈ ਕਿ ਤੁਸੀਂ ਉਹਨਾਂ ਨੂੰ ਵੀ ਉਨਾ ਹੀ ਪਸੰਦ ਕਰ ਰਹੇ ਹੋ। ਸੋ ਹੁਣ ਤੋਂ ਲੈ ਕੇ 2 ਦਿਨ ਤੱਕ ਦੀ ਜਿਹੜੀ ਆ ਉਹ ਮੈਂ ਤੁਹਾਡੇ ਤੋਂ ਇਜਾਜ਼ਤ ਮੰਗਦਾ ਜੀ। ਸੋ ਸਾਡੀ ਜਿਹੜੀ ਮੁਲਾਕਾਤ ਹੈ ਹੁਣ ਉਹ ਅਗਲੇ ਹਫਤੇ ਦੇ ਮੰਗਲਵਾਰ ਨੂੰ ਹੋਏਗੀ। ਸੋ 2 ਦਿਨਾਂ ਦੇ ਲਈ ਅਸੀਂ ਅਰਦਾਸ ਕਰਦੇ ਹਾਂ ਕਿ ਤੁਸੀਂ ਸਾਰੇ ਜਿੱਥੇ ਰਹੋ ਉੱਥੇ ਹੀ ਸੁਰੱਖਿਅਤ ਰਹੋ ਤੇ ਸੇਫ ਰਹੋ। ਤੇ ਹੁਣ ਮੈਨੂੰ ਤੇ ਮੇਰੀ ਪੂਰੀ ਟੀਮ ਨੂੰ ਆਗਿਆ ਦਿਓ ਜੀ। ਚੱਲਦੇ ਹਾਂ, 2 ਦਿਨ ਬਾਅਦ ਮੁਲਾਕਾਤ ਹੋਏਗੀ। ਧੰਨਵਾਦ ਤੇ ਰੱਬ ਰਾਖਾ। ਤੁਸੀਂ हैरान तो ज़रूर हो रहे हो कि एक बंदा पैंट कमीज़ पा के ट्रैक्टर चला रहा है, खेती कर रहा है। साडा हर एक प्रोग्राम देखण ते साडे नाल जुड़न लई सबसक्राइब करो चैनल पंजाबी ते नोटिफिकेशन लई बैल आइकन वाले बटन ते क्लिक करो।